ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਜਿਵੇਂ ਕਿ ਮੈਸੇਜ ਕਰ ਰਹੇ ਸੀ ਬੱਚੇ ਹਿੰਦੀ ਦੀ ਕਲਾਸ ਦੇ ਵਿੱਚ ਕਿ ਸਰ ਸ਼ਬਦ ਵਿਚਾਰ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਪਹਿਲਾਂ ਸਾਨੂੰ ਉਪਸਰਗ ਵਾਲਾ ਕਨਸੈਪਟ ਕਲੀਅਰ ਕਰਾ ਦਿਓ, ਇੱਕ ਪ੍ਰਤਿਅ ਵਾਲਾ ਕਰਾ ਦਿਓ, ਠੀਕ ਹੈ। ਇੱਕ ਸਾਨੂੰ ਕਰਾ ਦਿਓ ਕਿ ਤਤਸਮ ਤਤਵ ਸ਼ਬਦ। ਤਾਂ ਪਹਿਲਾਂ ਆਪਾਂ ਅੱਜ ਕਰਾਂਗੇ ਤਤਸਮ ਤੇ ਤਤਵ ਸ਼ਬਦ ਵਾਲਾ। ਇਦੋਂ ਪਹਿਲਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਤਤਸਮ ਤੇ ਤਤਵ ਸ਼ਬਦ ਵਿੱਚ ਕੀ ਕਰਨਾ ਤੇ ਕੀ ਇਹਨਾਂ ਦਾ ਕਨਸੈਪਟ ਹੈਗਾ, ਅੱਗੋਂ ਪਹਿਲਾਂ ਛੋਟੀ ਜੀ ਗੱਲ ਸੁਣ ਲਓ ਕਿ ਜਿਹੜੇ ਬੱਚਿਆਂ ਨੇ ਆਪਣਾ ST ਨੰਬਰ ਨਹੀਂ ਲਿਆ ਤਾਂ ਉਹ ਫਾਰਮ ਫਿਲ ਕਰਕੇ ਰਜਿਸਟ੍ਰੇਸ਼ਨ ਫਾਰਮ ਫਿਲ ਕਰਕੇ ਆਪਣਾ ST ਨੰਬਰ ਲੈ ਸਕਦੇ ਆ। ਪਹਿਲੀ ਗੱਲ, ਦੋ ਤਿੰਨ ਗੱਲਾਂ ਜਿਹੜੀਆਂ ਤੁਹਾਡੇ ਦਿਮਾਗ 'ਚ ਆਉਣਗੀਆਂ ਪਹਿਲਾਂ ਹੀ ਮੈਂ ਕਲੀਅਰ ਕਰਾ ਦਿੰਦਾ। ਪਹਿਲੀ ਗੱਲ, ਫ੍ਰੀ ਆਫ ਕੋਸਟ ਹੈ, ਠੀਕ ਹੈ। ਤੇ ਦੂਸਰੀ ਗੱਲ ਇਹ ਹੈ ਕਿ ਗਰੁੱਪ ਦੇ ਵਿੱਚ ਵੈਬਸਾਈਟ ਤੇ ਸਕਿਜਾ ਟਿਊਸ਼ਨ ਤੇ ਤੁਹਾਨੂੰ ਆਨਲਾਈਨ ਟੈਸਟ ਦਿੰਦੇ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਆਨਲਾਈਨ ਟੈਸਟ ਦੇਣ ਵਾਸਤੇ ਕੀ ਹੈ ਕਿ ਕਾਫੀ ਬੱਚੇ ਰੋਂਗ ਜਿਹੜਾ ਕੀ ਹੈ ਐਵੇਂ ਫਾਲਤੂ ਦੇ ਕਹੇ ਕਲਿੱਕ ਕਰਕੇ ਤੇ ਉਹਦੇ ਵਿੱਚ ਕੀ ਹੈ ਐਵੇਂ ਕਹਿ ਲਓ ਕਿ ਨਾਮ ਭਰਦੇ ਰਹਿੰਦੇ ਆ ਜਾਂ ਰਿਸਪੌਂਸ ਦਿੰਦੇ ਰਹਿੰਦੇ ਆ। ਤੇ ਉਹਦਾ ਫਿਰ ਸਾਡੀ ਟੀਮ ਜਦੋਂ ਚੈੱਕ ਕਰਦੀ ਹੈ ਸਾਰੇ ਰਿਸਪੌਂਸ ਕਿ ਕਿੰਨੇ ਬੱਚਿਆਂ ਨੇ ਸਹੀ ਹੈ, ਕਿੱਥੇ ਦਿੱਕਤ ਆ ਰਹੀ ਹੈ, ਅਸੀਂ ਹਰ ਇੱਕ ਚੀਜ਼ ਨੂੰ ਵੇਖਦੇ ਹਾਂ। ਤਾਂ ਉੱਥੇ ਕੀ ਹੈ ਰੋਂਗ ਜਿਹੜੇ ਰਿਸਪੌਂਸ ਹੁੰਦੇ ਆ ਉਹਨਾਂ ਨੂੰ ਦੇਖਦੇ ਹੋਏ ਸਾਰੇ ਬੱਚਿਆਂ ਨੂੰ ST ਨੰਬਰ ਪ੍ਰੋਵਾਈਡ ਕਰਾਵਾਂਗੇ। ਉਹੀ ਬੱਚੇ ST ਨੰਬਰ ਲੈਣਗੇ ਜਿਨ੍ਹਾਂ ਨੇ ਸਹੀ ਹੈ ਕਰੈਕਟ ਆਪਣੀ ਇਨਫੋਰਮੇਸ਼ਨ ਫਿਲ ਕੀਤੀ ਹੋਊਗੀ, ਤੇ ਉਹੀ ਬੱਚੇ ਆਨਲਾਈਨ ਟੈਸਟ ਦੇ ਪਾਉਣਗੇ ਜਿਨ੍ਹਾਂ ਕੋਲ ST ਨੰਬਰ ਹੋਊਗਾ। ਕਲੀਅਰ ਹੈ ਹੁਣ? ਤਾਂ ਚਲੋ, ਤੇ ਜੇ ਹੁਣ ਕਹਿਣਗੇ ਕਿ ਫਾਰਮ ਕਿੱਥੋਂ ਫਿਲ ਕਰਨਾ, ਜਿਹੜੇ ਬੱਚਿਆਂ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਤਾਂ ਡਿਸਕ੍ਰਿਪਸ਼ਨ 'ਚ ਲਿੰਕ ਹੈਗਾ ਟੈਲੀਗ੍ਰਾਮ ਗਰੁੱਪ ਦਾ, ਉੱਥੋਂ ਜਾ ਕੇ ਤੁਸੀਂ ਜੁਆਇਨ ਕਰ ਲਓ। ਤੇ ਟੈਲੀਗ੍ਰਾਮ ਦੇ ਗਰੁੱਪ ਤੇ ਤੁਹਾਨੂੰ ਮਿਲ ਜੂਗਾ SC ਨੰਬਰ ਵਾਸਤੇ ਰਜਿਸਟ੍ਰੇਸ਼ਨ ਵਾਸਤੇ ਫਾਰਮ, ਤਾਂ ਉਹ ਫਿਲ ਕਰ ਲਿਓ ਤੁਸੀਂ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਹੁਣ ਆਪਣਾ ਕਨਸੈਪਟ ਕੀ ਹੈਗਾ ਅੱਜ ਦਾ? ਆਪਣਾ ਕਨਸੈਪਟ ਹੈਗਾ ਤਤਸਮ ਸ਼ਬਦ ਤੇ ਤਤਭਵ ਸ਼ਬਦ। ਅੱਜ ਕਰਨਾ ਕੀ ਇਹਦੇ ਵਿੱਚ, ਇੱਕ ਤਾਂ ਇਹਨਾਂ ਦੀ ਪਰਿਭਾਸ਼ਾ ਕਰਾਂਗੇ, ਠੀਕ ਹੈ। ਇਹਨਾਂ ਦੀ ਕੀ ਕਰਾਂਗੇ? ਪਰਿਭਾਸ਼ਾ ਕਰਾਂਗੇ। ਸੈਕਿੰਡ ਕੀ ਕਰਨਾ, ਇਹਨਾਂ ਦੋਵਾਂ ਦੇ ਵਿੱਚ ਅੰਤਰ, ਇਹਨਾਂ ਦੋਵਾਂ ਦੇ ਵਿੱਚ ਕੀ ਕਰਾਂਗੇ? ਅੰਤਰ ਕਰਾਂਗੇ। ਤਾਂ ਥਰਡ ਕੀ ਕਰਨਾ ਕਿ ਇਹਨਾਂ ਦੀਆਂ ਜਿਹੜੀਆਂ ਕਹਿ ਲਓ ਟ੍ਰਿਕਸ ਕਹਿ ਲਓ, ਠੀਕ ਹੈ। ਟ੍ਰਿਕਸ ਉਹ ਨਹੀਂ ਕਿ ਬਸ ਲਿਪੀ ਦੇ ਵਿੱਚ ਹੀ ਇਹਨਾਂ ਦੇ ਦਿੱਤੀਆਂ ਹੋਈਆਂ, ਤਾਂ ਉਹੀ ਚੀਜ਼ਾਂ ਤੁਹਾਨੂੰ ਮੈਂ ਐਕਸਪੈਂਡ ਕਰਕੇ ਦੱਸੂਗਾ ਕਿ ਕਿਵੇਂ ਤੁਸੀਂ ਇਹਨਾਂ ਨੂੰ ਸਮਝਣਾ, ਕਿਵੇਂ ਤੁਸੀਂ ਅੰਦਾਜ਼ਾ, ਕਿਉਂਕਿ ਇੱਕ ਚੀਜ਼ ਬਹੁਤ ਬੱਚਿਆਂ ਨੂੰ ਕਨਫਿਊਜ਼ ਕਰਦੀ ਹੈ ਕਿ ਅਸੀਂ ਪਹਿਚਾਨੀਏ ਕਿਵੇਂ ਇਹਨਾਂ ਨੂੰ, ਠੀਕ ਹੈ। ਤਾਂ 90% ਤੁਹਾਡੇ ਅੱਜ ਮੈਂ ਇਸੇ ਵੀਡੀਓ 'ਚ ਕਲੀਅਰ ਕਰਾ ਦੂੰਗਾ। ਬਾਕੀ ਜਿਹੜੇ 10% ਰਹਿ ਜਾਣਗੇ ਉਹ ਵਰਡ ਹੁੰਦੇ ਆ ਜਿਨ੍ਹਾਂ ਦੀ ਕੋਈ ਟ੍ਰਿਕ ਨਹੀਂ ਬਣ ਸਕਦੀ, ਤਾਂ ਆਪਾਂ ਉਹਨਾਂ ਨੂੰ ਟਾਈਮ ਟੂ ਟਾਈਮ 2 2 4 4 5 5 ਕਰਕੇ ਜਿਵੇਂ ਆਨਲਾਈਨ ਟੈਸਟ ਲੈ ਲਏ, ਗਰੁੱਪ ਦੇ ਵਿੱਚ MCQ ਪਾਤੇ, ਠੀਕ ਹੈ, ਉਹਨਾਂ ਥਰੂ ਕੰਪਲੀਟ ਕਰ ਲਾਂਗੇ। ਤਾਂ 90% ਤਾਂ ਕਲੀਅਰ ਕਰੋ। ਜਿਵੇਂ ਤੁਸੀਂ ਟਾਈਟਲ ਤੇ ਪੜ੍ਹ ਹੀ ਲਿਆ ਹੋਣਾ ਕਿ 500 ਤੋਂ ਪਲੱਸ ਤੁਹਾਡੇ ਅੱਜ ਸਮਝੋ 500 ਕੀ 1000 ਹੀ ਲਾ ਲਓ ਭਲਾਂ ਦੀ, ਤਾਂ ਤੁਹਾਡੇ ਕੀ ਹੈ ਤਤਸਮ ਤੇ ਤਤਭਵ ਸ਼ਬਦ ਅੱਜ ਕਲੀਅਰ ਹੋ ਜਾਣਗੇ। ਇਹ ਮੈਂ ਕਿਉਂ ਕਿਹਾ, ਇਹ ਨਹੀਂ ਕਿ 500 ਵੀਡੀਓ ਦੇ ਵਿੱਚ ਕਰਾਊਂਗਾ, ਜਿਹੜੇ ਮੈਂ ਤੁਹਾਨੂੰ ਟ੍ਰਿਕ ਦੱਸੂਗਾ ਉਹਦੇ ਵਿੱਚ ਕੀ ਹੈ 500 ਤੋਂ ਪਲੱਸ ਜਿਹੜੇ ਤਤਸਮ ਤੇ ਤਤਭਵ ਸ਼ਬਦ ਆ ਜਾਂਦੇ ਆ। ਤਾਂ ਚਲੋ ਹੁਣ ਸ਼ੁਰੂ ਕਰਦੇ ਹਾਂ। ਸ਼ੁਰੂ ਆਪਾਂ ਕਿੱਥੋਂ ਕਰਾਂਗੇ? ਹਮੇਸ਼ਾ ਹੀ ਬੇਸਿਕ ਤੋਂ। ਭਲਾਂ ਦੀ ਮੈਂ ਪਹਿਲਾਂ ਵਾਲੀ ਕਲਾਸ 'ਚ ਦੱਸਿਆ ਹੋਇਆ, ਪਰ ਫਿਰ ਵੀ ਅੱਜ ਆਪਣਾ ਕਨਸੈਪਟ ਹੀ ਇਹ ਹੈ। ਤਾਂ ਆਪਾਂ ਸ਼ੁਰੂ ਕਰਾਂਗੇ ਤਤਸਮ ਤੋਂ, ਠੀਕ ਹੈ। ਤਤਸਮ ਸ਼ਬਦ, ਤਤਸਮ ਸ਼ਬਦ ਧਿਆਨ ਨਾਲ ਸੁਣ ਲਿਓ। ਆਈ ਨੋ ਬਹੁਤ ਬੱਚਿਆਂ ਨੂੰ ਪਤਾ ਹੋ, ਪਰ ਫਿਰ ਵੀ ਸੁਣ ਲਿਓ ਇੱਕ ਵਾਰੀ। ਇਹ ਕਿਹੜੇ ਵਰਡਸ ਤੋਂ ਬਣਿਆ ਆਪਣੇ ਕੋਲੇ? ਤਤ ਵਰਡ ਤੇ ਸਮ ਤੋਂ, ਠੀਕ ਹੈ। ਇਹ ਦੋ ਵਰਡਸ ਤੋਂ ਬਣਿਆ। ਹੁਣ ਇਹਦੇ ਵਿੱਚ ਕੀ ਹੈ? ਹੁਣ ਇਹਦੇ ਵਿੱਚ ਇਹ ਹੈ ਕਿ ਤਤਸਮ ਸ਼ਬਦ ਦਾ ਮਤਲਬ ਕੀ ਹੈ ਆਪਣੇ ਕੋਲੇ ਕਿ ਕੁਝ ਕੁ ਵਰਡਸ ਹੁੰਦੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੰਸਕ੍ਰਿਤ ਭਾਸ਼ਾ ਤੋਂ ਜਦੋਂ ਔਖੀ ਲੱਗਣ ਲੱਗੀ ਸੰਸਕ੍ਰਿਤ ਭਾਸ਼ਾ ਲੋਕਾਂ ਨੂੰ ਬੋਲਣ ਦੇ ਵਿੱਚ, ਕਿਉਂਕਿ ਦੇਖੋ ਹੁਣ ਪੁਰਾਣੇ ਵਾਲੇ ਜਿਹੜੇ ਕਹਿ ਲਓ ਕਿ ਆਪਣੇ ਪੁਰਾਣੀ ਜਨਰੇਸ਼ਨ, ਉਹਨਾਂ ਦੇ ਵਿੱਚ ਕਾਫੀ ਲਕੋਕਤੀਆਂ ਹੋ ਗਈਆਂ, ਬੋਲੀਆਂ ਹੋ ਗਈਆਂ, ਮੁਹਾਵਰੇ ਹੋ ਗਏ, ਉਹ ਯੂਜ਼ ਕਰਦੇ ਸੀਗੇ, ਠੀਕ ਹੈ। ਉਹ ਹੌਲੀ ਹੌਲੀ ਕੀ ਨਿਊ ਜਨਰੇਸ਼ਨ ਦੇ ਵਿੱਚ ਅਲੋਪ ਹੋਣ ਲੱਗ ਗਈਆਂ। ਉਵੇਂ ਹੀ ਭਾਸ਼ਾ ਜਿਹੜੀ ਕੀ ਹੈ ਪੁਰਾਣੇ ਯੂਜ਼ ਕਰਦੇ ਸੰਸਕ੍ਰਿਤ ਤੋਂ ਬਾਅਦ ਔਖੀ ਲੱਗਣ ਲੱਗੀ, ਫਿਰ ਉਹਨੂੰ ਕੀ ਹੈ ਉਹਦੇ ਵਿੱਚ ਥੋੜ੍ਹੀ ਬਹੁਤ ਛੇੜਛਾੜ ਹੋ ਕੇ ਜਾਂ ਉਹਨੂੰ ਸੌਖਾ ਕਰਕੇ ਨਵੀਂ ਭਾਸ਼ਾ ਬਣ ਗਈ। ਫਿਰ ਐਂ ਹੀ ਨਵੀਆਂ ਭਾਸ਼ਾ ਬਣਦੀਆਂ ਫਿਰ ਉਹਦੇ ਵਿੱਚ ਕੀ ਹੈ ਆਪਣੀ ਹਿੰਦੀ ਦਾ ਜਨਮ ਹੋਇਆ, ਠੀਕ ਹੈ। ਹਿੰਦੀ ਭਾਸ਼ਾ ਦਾ ਜਨਮ ਹੋਇਆ, ਪਰ ਕੁਝ ਕੁ ਵਰਡਸ ਤਾਂ ਹੁਣ ਹੁੰਦੇ ਹੀ ਹੈ ਕਿ ਇਹ ਤਾਂ ਨਹੀਂ ਪੂਰੀ ਦਾ ਪੂਰੀ ਚੇਂਜ ਹੋ ਗਈ, ਉਹਦੇ 'ਚ ਚੇਂਜਸ ਹੋਏ ਆ। ਉਹਨੂੰ ਸਿੱਧਾ ਕੀ ਹੈ ਨਵੇਂ ਸਿਰੋਂ ਨਹੀਂ ਨਵਾਂ ਬਣਾਇਆ ਗਿਆ, ਠੀਕ ਹੈ। ਉਹਨੂੰ ਪੁਰਾਣੀ ਚੀਜ਼ ਤੋਂ ਨਵਾਂ ਬਣਾਇਆ। ਜਿਵੇਂ ਹੁਣ ਦੇਖੋ ਇੱਕ ਐਗਜ਼ਾਮਪਲ ਹੋਰ ਹੈ ਕਿ ਮੰਨ ਲਓ ਆਪਣੇ ਕੋਲੇ ਪਲਾਸਟਿਕ ਹੈ, ਠੀਕ ਹੈ। ਪਲਾਸਟਿਕ ਹੈਗੀ ਨਾ, ਤੁਸੀਂ ਉਹਨੂੰ ਪਲਾਸਟਿਕ ਦੀ ਚੇਅਰ ਨੂੰ ਤੁਸੀਂ 4 ਸਾਲ 5 ਸਾਲ ਯੂਜ਼ ਕਰ ਲਿਆ, ਉਹਨੂੰ ਰੀਸਾਈਕਲ ਕਰਾਂਗੇ ਜਦੋਂ ਕੁਛ ਨਾ ਕੁਛ ਤਾਂ ਹੁਣ ਜੇ ਮੰਨ ਲਓ ਉਹਦੇ 'ਚ ਕਮਜ਼ੋਰੀ ਹੈ ਕੋਈ ਨਾ ਕੋਈ, ਉਹ ਤਾਂ ਰਹਿ ਹੀ ਜਾਊਗੀ। ਇਹ ਨਹੀਂ ਕਿ ਜੇ ਨਵੇਂ ਸਿਰੋਂ ਕੋਈ ਚੀਜ਼ ਬਣਾਓਗੇ ਉਹਦੇ ਵਿੱਚ ਮਜ਼ਬੂਤੀ ਹੈ ਜੋ ਉਹ ਆਊਗੀ, ਕੁਛ ਨਾ ਕੁਛ ਤਾਂ ਉਹਦੇ ਵਿੱਚ ਕੋਈ ਨਾ ਕੋਈ ਤਾਂ ਕਹਿ ਲਓ ਨੈਗੇਟਿਵ ਪੁਆਇੰਟ ਰਹਿ ਜਾਊਗਾ। ਤਾਂ ਉਵੇਂ ਹੀ ਭਾਸ਼ਾ ਦੇ ਵਿੱਚ ਹੋਇਆ ਕਿ ਕੁਛ ਨਾ ਕੁਛ ਜਿਹੜੇ ਵਰਡਸ ਹੈ ਪੁਰਾਣੀ ਭਾਸ਼ਾਵਾਂ ਦੇ ਉਹ ਤੁਹਾਨੂੰ ਹਿੰਦੀ ਵਿੱਚ ਅੱਜ ਵੀ ਦੇਖਣ ਨੂੰ ਮਿਲਣਗੇ। ਉਹਦਾ ਰੀਜ਼ਨ
ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਚੇਂਜ ਕਰਨ ਦੀ ਕੋਈ आवश्यकता ਨਹੀਂ ਹੈਗੀ ਸੀਗੀ, ਤਾਂ ਕਰਕੇ ਉਹਨਾਂ ਨੂੰ ਉਵੇਂ ਰੱਖ ਲਿਆ। ਪਰ ਹੁਣ ਦੇਖੋ ਉਹਨਾਂ ਨੂੰ ਕਹਿੰਦੇ ਕੀ ਹੈ, ਉਹ ਸ਼ਬਦ, ਇਹਦੀ ਆਪਣੇ ਕੋਲ ਪਰਿਭਾਸ਼ਾ ਕੀ ਹੈ, ਕੰਸੈਪਟ ਤਾਂ ਕਲੀਅਰ ਹੋ ਗਿਆ ਨਾ। ਉਹ ਸ਼ਬਦ, ਠੀਕ ਹੈ, ਜਿਹੜੇ ਸਿੱਧੇ ਹੀ ਮੂਲ ਭਾਸ਼ਾ ਤੋਂ ਲੈ ਕੇ, ਲਿਖ ਲਿਓ ਜਿਹੜੇ ਬੱਚਿਆਂ ਨੇ ਲਿਖਣਾ, ਮੂਲ ਭਾਸ਼ਾ ਤੋਂ ਸਿੱਧੇ ਹੀ ਹਿੰਦੀ ਵਿੱਚ, ਠੀਕ ਹੈ, ਮੂਲ ਭਾਸ਼ਾ ਤੋਂ ਲੈ ਕੇ ਸਿੱਧੇ ਹੀ ਹਿੰਦੀ ਵਿੱਚ ਅੱਜ ਵੀ ਪ੍ਰਯੋਗ ਹੁੰਦੇ ਆ, ਠੀਕ ਹੈ, ਸਿੱਧੇ ਹਿੰਦੀ ਵਿੱਚ ਅੱਜ भी प्रयोग होते हैं, उन्हें क्या कहते हैं, तत्सम शब्द। हुण मूल भाषा की मैं इत्थे गल कर रहा संस्कृत की, ठीक है, मैं गल कर रहा संस्कृत की, एवें ना सोचन लग जाओ मूल भाषा आपां उहनूं ही कहने हैं, ठीक है, संस्कृत नूं ही। क्लीयर है, दोबारा फिर सुन लो, तत्सम शब्द वो जिहड़े की है मूल भाषा संस्कृत तो हिंदी विच उवें दे उवें ही यूज हो रहे अज भी, तां उहनां नूं आपां उह शब्दां नूं की कहांगे, तत्सम शब्द। जिमें कुछ कुछ एग्जाम्पल लै लैने एक दो आप, वैसे तो अगे अज मैं पूरा वधिया कंसैप्ट कराऊंगा, तां ही आराम नाल करा रहा। सूर्या हो गया, अग्नि हो गया, ठीक है, ये किहड़े है तत्सम शब्द की अपनी उदाहरण हैगी है। चलो नैक्सट चलते हैं हुण अपने कोल सैकेंड की है, सैकेंड हैगी अपने कोल तत्भव शब्द। किहड़े है तत्भव शब्द, क्लीयर है। हुण की है, हुण देखो एक फॉर एग्जाम्पल कि आपां एक बच्चे नूं सिखाने हैं ए फॉर एप्पल, ठीक है, सी फॉर कैट, ठीक है, डी फॉर डॉग, ये चीज़ां सिखाने उन्होंने बच्चे नूं, ये चीज़ां उदों सिखाईयां जांदियां जदों बेसिक तो स्टार्ट करदे। जदों हुण देखो उहदे विच की है, ये तां है नहीं जदों तुसीं बच्चे नूं सीधा सिखाया डी फॉर डॉग हुंदा तां उहने की है कुछ क जिहड़े वर्ड्स हैं उहदे विचों चेंज कर देने, जिवें एप्पल दे विचों की है एक के डा दूगा, ठीक है, वो की है बोल अपने वालों एप्पल ही बोल रहे हैं, पर उन्हें की कर लिया, इनू सौखा कर लिया कि उन्होंने जेड़ा जिंदे विच उन्होंने की है बोलना आसान हो जाए, ठीक है। उवें की है उवें भाषा दे विच है, भाषा दे विच कुछ क वर्ड्स कह लो काफ़ी वर्ड सीगे जेड़े संस्कृत दे विच औखे सीगे या जेड़ी जिंदे तो हिंदी अपभ्रंश तो बनी है, ठीक है, उनदे विच वर्ड्स की सीगे औखे सीगे, उन्हां नूं अपने वाले जिन्हां ने भाषा बोलनी सीगी आपां तां उन्हां नूं सौखा कर लिया। क्लीयर है, तो उन्होंने सौखा करने तो बाद की है उन्होंने जो हिंदी दे विच ऐड किया गया तो उन्होंने की नाम मिलिया, उन्होंने नाम मिलिया तत्भव शब्द, ठीक है, उन्होंने की नाम नाल जानिया जान लग्या तत्भव शब्द। इत्थों ही इहदी परिभाषा निकल के आ जाती है, पहला किहड़े किहड़े शब्दों तो बनिया तद भव, ठीक है, ये दो कह लो ये बनया उहदे तो हुण देखो इहदे विच की है संस्कृत या मूल भाषा लिखा होगा, बस इस चीज़ से कन्फ्यूज नहीं होना किसी बच्चे ने, मैं बार बार कह रहा संस्कृत या मूल भाषा सेम ही है, दोनों ही सेम है, ठीक है। संस्कृत शब्दों से परिवर्तित होकर बने शब्द, परिवर्तित होकर बने शब्द, ठीक है, परिवर्तित होकर बने शब्द उन्होंने की कहने आपां, उन्होंने कहने तत्भव शब्द, उन्होंने की कहने हैं तत्भव शब्द। क्लीयर है। हुण इहदी भी एग्जाम्पल ले लो, एक छोटी जी एग्जाम्पल, हुण देखो हाथ की है एक तत्भव शब्द है, हुण हस्त की सीगा थोड़ा टिपिकल लगता सी बोलने, हस्त नूं आपां हाथ बना लिया, ये की है तत्सम शब्द, तो एक ही अपने कोले तत्भव शब्द। लास्ट टाइम फिर दसूंगा तत्सम शब्द जिहड़े मूल भाषा तो सेम टू सेम चक के उन्होंने उवें हिंदी दे विच रख लिया, तत्भव शब्द जिन्हां दे विच परिवर्तन किया, जिवें हस्त तो हाथ बनाता तो उन्होंने फिर हिंदी दे विच ले आंदा कि इहनूं बोलना आसान है। क्लीयर है। चलो हुण नैक्सट चलते हैं। हुण आ गया आपां इहदे विच कि इहदे विच अंतर मैं तुहानूं दसता कि किहड़ा हुंदा है दोनां विच। तो हुण आपां गल करांगे जिन्हां नूं तुसीं कह देने ट्रिक्स, ते मैं उन्हां नूं कह देना कि याद रखण दे मैथड। ट्रिक्स क्या होंदियां, ट्रिक्स का भी सुन लो। हुण कंसैप्ट की हुंदा, देखो दो चीज़ां दसूंगा, ध्यान नाल सुन लिओ, हरेक सबजैक्ट ते इंप्लीमेंट होणगियां, बस एक मिनट लाऊंगा तुहाडा। हुण बच्चे कहंदे ने ट्रिक्स, ठीक है। हुण ट्रिक्स दे विच की हुंदा, हुण तुहाडे कोल वर्ड्स हैगे, मान लो बबलू, ठीक है, उदों बाद अपने कोल हैगा टिंकू, उदों बाद मिंकू, उदों बाद शंटी, आ वर्ड्स आ मान लो अपने कोले। हुण आपां बच्चे नूं कहांगे कि इहनूं तुसीं याद करो, या उन्होंने मैं कोई टीचर कह दूगा
ਠੀਕ ਹੈ, ਉਹਨੂੰ ਯਾਦ ਕਰਾਉਣ ਦਾ ਮਾਰਾ ਉਹਨੂੰ ਟੀਚਰ ਦੱਸ ਦਊਗਾ ਕਿ ਮੈਂ ਤੈਨੂੰ ਟ੍ਰਿਕ ਦੱਸਦਾ ਇਹਨੂੰ ਯਾਦ ਕਿਵੇਂ ਕਰਨਾ। ਆਪਾਂ ਕਹਾਂਗੇ ਤੂੰ ਯਾਦ ਰੱਖੀ BTMS, ਠੀਕ ਹੈ, ਆ ਯਾਦ ਰੱਖੀ ਉਹਨੂੰ ਕਹਿ। ਪਰ ਇਹ ਉਹ ਚੀਜ਼ ਹੈ ਜਿਹੜੀ ਟੀਚਰ ਨੇ ਬਣਾਈ ਹੈ, ਠੀਕ ਹੈ, ਇਹ ਟੀਚਰ ਦੇ ਅਕੋਰਡਿੰਗ ਇਹ ਕੀ ਹੈ, ਟ੍ਰਿਕ ਹੈ। ਟੀਚਰ ਦੇ ਅਕੋਰਡਿੰਗ ਇਹ ਕੀ ਹੈ, ਟ੍ਰਿਕ ਹੈ। ਹੁਣ ਇਹ ਤਾਂ ਮੈਂ ਮੰਨ ਲਿਆ ਕਿ ਟੀਚਰ ਇਹ ਟ੍ਰਿਕ ਹੈ, ਤਾਂ ਇਹ ਕਿਹਦੇ ਅਕੋਰਡਿੰਗ ਹੈ, ਇਹ ਹੈਗੀ ਹੈ ਟੀਚਰ ਦੇ ਅਕੋਰਡਿੰਗ। ਤੇ ਇਹਨੂੰ ਜੇ ਹੁਣ ਬੱਚੇ ਨੂੰ ਦੱਸੀ ਜਾਊਗੀ, ਠੀਕ ਹੈ, ਬੱਚੇ ਨੇ ਕੀ ਸਮਝਣਾ, ਬੱਚੇ ਨੂੰ ਤਾਂ ਕੀ ਕਰਨੀ ਪੈਣੀ ਹੈ, ਯਾਦ। ਜਿਹੜੀ ਚੀਜ਼ ਯਾਦ ਕਰਨੀ ਪਵੇ ਉਹ ਕਦੇ ਵੀ ਕੀ ਹੈ, ਟ੍ਰਿਕ ਨਹੀਂ ਹੁੰਦੀ। ਟ੍ਰਿਕ ਹਮੇਸ਼ਾ ਆਪਣੇ ਵੱਲੋਂ ਤਿਆਰ ਕੀਤੀ ਜਾਂਦੀ ਹੈ। ਜੇ ਮੈਂ ਤੁਹਾਨੂੰ ਕੁਝ ਬਣਾ ਕੇ ਦੱਸ ਦੂੰਗਾ ਉਹ ਕਦੇ ਵੀ ਟ੍ਰਿਕ ਨਹੀਂ ਹੋਊਗੀ, ਉਹ ਮੈਥਡ ਹੋਊਗਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਠੀਕ ਹੈ। ਜੇ ਤੁਸੀਂ ਟ੍ਰਿਕ ਕਹਿੰਦੇ ਹੋ ਉਹ ਯਾਦ ਨਹੀਂ ਰੱਖੀ ਜਾਂਦੀ, ਉਹਨੂੰ ਸਿਰਫ ਦਿਮਾਗ ਦੇ ਵਿੱਚ ਬਿਠਾਇਆ ਜਾਂਦਾ। ਹੁਣ ਯਾਦ ਰੱਖਣਾ, ਦਿਮਾਗ 'ਚ ਬਿਠਾਉਣਾ, ਯਾਦ ਰੱਖਣਾ ਇਹ ਹੁੰਦਾ, ਯਾਦ ਹੁੰਦਾ ਕੁਝ ਸਮੇਂ ਵਾਸਤੇ, ਕੁਝ ਸਮੇਂ ਵਾਸਤੇ, ਪਰ ਦਿਮਾਗ 'ਚ ਜਦੋਂ ਕੋਈ ਗੱਲ ਬੈਠ ਜਾਂਦੀ ਹੈ ਉਹ ਕਦੇ ਵੀ ਨਹੀਂ ਨਿਕਲਦੀ। ਹੁਣ ਕੁਝ ਕੁ ਗੱਲਾਂ ਹੋਣਗੀਆਂ, ਹੁਣ ਜਿਵੇਂ ਸਭ ਤੋਂ ਇਹਦੀ ਐਗਜ਼ਾਮਪਲ ਵੀ ਮੈਂ ਤੁਹਾਨੂੰ ਦੇ ਦਿੰਦਾ, ਇਹ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਸਿੱਖਣ ਨੂੰ ਮਿਲਣੀਆਂ। ABC, ਹੁਣ ਦੇਖੋ ਕੋਈ ਤੁਹਾਨੂੰ ਕਹੂਗਾ ਕਿ ਊੜਾ ਆੜਾ ਸੁਣਾ ਦੇ, ਉਹ ਸੁਣਾਉਣ ਲੱਗੇ ਤੁਸੀਂ 2 ਵਾਰੀ ਸੋਚੋਗੇ। ਕੋਈ ਕਹੂ ABC, ਤੁਸੀਂ ਐਂ ਲੱਗ ਪਾਓਗੇ ਜਿਵੇਂ ਪਤਾ ਨਹੀਂ ਆਪਣੀ ਖਾਨਦਾਨੀ ਭਾਸ਼ਾ ਹੁੰਦੀ ਹੈ ਤੇ ਇਹ ਤੁਸੀਂ ਰਟੀ ਫਿਰਦੇ ਆ। ਇਹ ਚੀਜ਼ ਤੁਹਾਡੇ ਦਿਮਾਗ 'ਚ ਬੈਠੀ ਹੋਈ ਹੈ, ਠੀਕ ਹੈ। ਇਹ ਚੀਜ਼ ਕੀ ਹੈ, ਤੁਸੀਂ ਯਾਦ ਕੀਤੀ ਹੋਈ ਹੈ। ਇਹ ਕਨਸੈਪਟ ਹੁੰਦਾ, ਯਾਦ ਇਹ ਵੀ ਹੋਊ ਸਾਰਿਆਂ ਨੂੰ ਕਿ ਕੀ ਹੁੰਦਾ। ਇਹ ਨਹੀਂ ਮੈਂ ਕਹਿ ਰਿਹਾ ਕਿ ਨਹੀਂ ਆਉਂਦਾ ਹੋਣਾ, ਆਉਂਦਾ ਸਾਰਿਆਂ ਨੂੰ ਹੋਊਗਾ, ਪਰ ਇਹ ਬੋਲਣ ਲੱਗੇ ਸੋਚਣਗੇ। ਤੇ ਇਹ ਕੀ ਹੈ, ਉਹਨਾਂ ਦੇ ਪੱਕੀ ਦਿਮਾਗ 'ਚ ਫਿੱਟ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਬੋਲ ਦੇਣੀ ਹੈ। ਹੁਣ ਮੈਂ ਕਹਿਣਾ ਕੀ ਚਾਹੁੰਦਾ ਇੱਥੇ, ਹੁਣ ਸੁਣ ਲਓ। ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਚੀਜ਼ ਹੈ ਜਿਹੜੀ ਤੁਸੀਂ ਪਹਿਲਾਂ ਤਾਂ ਯਾਦ ਕਰਨੀ ਹੈ, ਫਿਰ ਉਹਨੂੰ ਦਿਮਾਗ 'ਚ ਬਿਠਾਉਣਾ। ਪਹਿਲਾਂ ਯਾਦ ਕਰੋਗੇ ਜਦੋਂ ਮੈਂ ਦੱਸੂਗਾ, ਠੀਕ ਹੈ। ਦਿਮਾਗ 'ਚ ਕਿਵੇਂ ਬਿਠਾਓਗੇ, ਖੁਦ ਬਖੁਦ ਉਹਨੂੰ ਕਹਿ ਲਓ, ਪਹਿਲਾਂ 2-4 ਵਾਰ ਰਿਵੀਜ਼ਨ ਕਰਕੇ ਫਿਰ ਨਹੀਂ ਤੁਸੀਂ ਭੁੱਲੋਗੇ। ਚਲੋ ਹੁਣ ਆਪਾਂ ਚੱਲਦੇ ਹਾਂ ਇਹਨਾਂ ਵੱਲ। ਹੁਣ ਪਹਿਲਾਂ ਆਪਾਂ ਕਰਾਂਗੇ ਕਿ ਇਹਨਾਂ ਨੂੰ ਤੁਸੀਂ ਯਾਦ ਕਿਵੇਂ ਕਰਨਾ, ਠੀਕ ਹੈ। ਫਿਰ ਇਹਨਾਂ ਨੂੰ ਮੈਂ ਦੱਸੂਗਾ ਕਿ ਪਹਿਚਾਨਣਾ ਕਿਵੇਂ ਹੈ। ਹੁਣ ਦੇਖੋ ਆਪਾਂ ਕੀ ਪੜ੍ਹਨਾ, ਨਿਯਮ, ਕਿ ਇਹਨਾਂ ਨੂੰ ਪਹਿਚਾਨਣਾ ਕਿਵੇਂ ਹੈ। ਕਲੀਅਰ ਹੈ, ਇਹਨਾਂ ਦੇ ਨਿਯਮ ਕੀ ਹੈ। ਸਭ ਤੋਂ ਪਹਿਲਾਂ ਸਿੰਗਲ ਕਰਕੇ ਦੱਸੂਗਾ, ਫਿਰ ਉਹ ਤੋਂ ਬਾਅਦ ਇੱਕ ਪੁਆਇੰਟ ਟੂ ਪੁਆਇੰਟ ਤੁਹਾਨੂੰ ਨੋਟਸ ਤਿਆਰ ਕਰਾ ਦੂੰਗਾ, ਫਿਰ ਤੁਸੀਂ ਨਹੀਂ ਭੁੱਲੋਗੇ। ਫਸਟ ਆਪਣੇ ਕੋਲ ਇੱਕ ਵਰਡ ਹੈਗਾ ਸ਼, ਠੀਕ ਹੈ। ਕਿ ਸ਼ ਦੇ ਵਿੱਚ ਕੀ ਹੈ, ਕਸ਼ ਜਿੱਥੇ ਵੀ ਜਿਹੜੇ ਵੀ ਸ਼ਬਦ ਵਿੱਚ ਆ ਜੇ 90% ਤੋਂ 97%, ਠੀਕ ਹੈ। ਜਿਹੜੇ ਵੀ ਸ਼ਬਦ ਵਿੱਚ ਆ ਜੇ, ਬਸ ਤੁਹਾਨੂੰ ਮੈਂ ਜਿਹੜੀਆਂ ਚੀਜ਼ਾਂ ਦੱਸ ਰਿਹਾ ਇਹਨਾਂ ਨੂੰ ਇੱਕ ਵਾਰੀ ਮੰਨ ਕੇ ਚੱਲੋ ਪੱਕੀਆਂ ਹੀ ਆ, ਠੀਕ ਹੈ। ਪੱਕੀਆਂ 100% ਹੈ। ਰੀਜ਼ਨ ਹੁੰਦਾ ਇਹ ਹੈ ਕਿਉਂਕਿ ਜਿਹੜੇ ਲੈਵਲ ਦਾ ਤੁਹਾਡਾ ਐਗਜ਼ਾਮ ਆਉਂਦਾ ਉਹ ਲੈਵਲ ਵਾਸਤੇ ਸਫੀਸ਼ੀਐਂਟ ਹੈ। ਕੋਈ ਵੀ ਜਿਹੜਾ ਪੰਜਾਬ ਦਾ ਜਿਹੜਾ ਐਗਜ਼ਾਮ ਭਰਦੇ ਹੋ ਤੁਸੀਂ, ਹੁਣ ਕਸ਼ ਆ ਜੇ ਕਿੱਥੇ ਸ਼ਬਦ, ਕਸ਼ ਸ਼ਬਦ ਜਦੋਂ ਜਿੱਥੇ ਵੀ ਆ ਜੇ, ਜਿਹੜੇ ਵੀ ਵਰਡ ਦੇ ਵਿੱਚ ਹੋਵੇ, ਹੁਣ ਉਹ ਵਰਡ ਕੀ ਹੁੰਦਾ, ਤਤਸਮ, ਠੀਕ ਹੈ। ਉਹ ਵਰਡ ਕੀ ਹੋਊਗਾ, ਤਤਸਮ। ਹੁਣ ਦੇਖੋ ਜੇ ਤੁਹਾਨੂੰ ਕੋਈ ਕਹਿ ਦੇ ਕਿ ਕਸ਼ੀਰ ਦਾ, ਇਹ ਕੀ ਹੈ, ਇਹਨੂੰ ਤੁਸੀਂ ਪਛਾਣ ਲਿਆ ਕੀ ਹੈ, ਤਤਸਮ ਸ਼ਬਦ, ਕਿਉਂਕਿ ਇਹਦੇ ਵਿੱਚ ਕੀ ਹੈ, ਸ਼ ਦਾ ਯੂਜ਼ ਹੋਇਆ, ਠੀਕ ਹੈ। ਹੁਣ ਜੇ ਤੁਹਾਨੂੰ ਪੇਪਰ 'ਚ ਹੀ ਆ ਜਾਏ ਕਿ ਇਹਦੇ ਤੋਂ ਆਪਾਂ ਕੀ ਬਣਾਉਣਾ, ਤਤਵ ਸ਼ਬਦ ਬਣਾਉਣਾ, ਤਾਂ ਹੁਣ ਇਹਨੂੰ ਬਣਾਓਗੇ ਕਿਵੇਂ। ਜੇ ਤਾਂ ਯਾਦ ਹੋਊਗਾ ਤਾਂ ਬਣਾਓਗੇ, ਪਰ ਇਹਦੀ ਇੱਕ ਟ੍ਰਿਕ ਹੈ ਛੋਟੀ ਜੀ, ਕਿ ਜਦੋਂ ਵੀ ਆ ਸ਼ ਯੂਜ਼ ਹੋਊਗਾ ਜਾਂ ਤਾਂ ਇਹ ਚੇਂਜ ਹੋ ਕੇ ਖ ਬਣ ਜਾਊਗਾ ਤੇ ਜਾਂ ਇਹ ਚੇਂਜ ਹੋ ਕੇ ਸ਼ ਬਣ ਜਾਊਗਾ, ਜਾਂ ਤਾਂ ਇਹ ਚੇਂਜ ਹੋ ਕੇ ਖ ਬਣ ਜਾਊਗਾ ਜਾਂ ਇਹ ਚੇਂਜ ਹੋ ਕੇ ਸ਼ ਬਣ ਜਾਊਗਾ, ਠੀਕ ਹੈ। ਤਾਂ ਉਹ ਕਾਹਦੇ 'ਚ ਚੇਂਜ ਹੋ ਜੂ, ਫਿਰ ਜਦੋਂ ਇਹ ਵਰਡ ਹੀ ਚੇਂਜ ਹੋ ਗਿਆ ਇਹ ਹੋ ਜਾਊਗਾ ਤਤਬਦ ਦੇ ਵਿੱਚ। ਦੁਬਾਰਾ ਫਿਰ ਸੁਣ ਲਓ, ਜਦੋਂ ਕਸ਼ ਸ਼ਬਦ ਆ ਜਾਏ ਕਿਤੇ ਵੀ ਉਹ ਤਤਸਮ ਬਣ ਜਾਊਗਾ, ਠੀਕ ਹੈ। ਫਿਰ ਜਿਵੇਂ ਸ਼ੀਰ ਹੈ, ਇਹ ਤਤਸਮ ਸ਼ਬਦ ਹੈ। ਜੇ ਪੁੱਛ ਲੈਣ ਕਿ ਸ਼ੀਰ ਤੋਂ ਕੀ ਬਣੂਗਾ ਤਤਬਦ ਸ਼ਬਦ, ਤਾਂ ਉਹਦੇ ਵਿੱਚ ਕਸ਼ੀਰ ਦੇ ਵਿੱਚ ਕੀ ਹੈ, ਇਹ ਚੇਂਜ ਹੋ ਜਾਊਗਾ ਖ ਤੇ ਸ਼ ਦੇ ਵਿੱਚ। ਹੁਣ ਇਹਦੀ ਐਗਜ਼ਾਮਪਲ ਕੀ ਹੈ, ਇਹ ਕੀ ਬਣ ਕੇ ਤਤਬਦ ਸ਼ਬਦ ਇਹਦਾ ਕੀ ਬਣ ਜੂ, ਖੀਰ, ਠੀਕ ਹੈ। ਆ ਕਾਹਦੇ ਚੇਂਜ ਹੋ ਗਿਆ, ਖ 'ਚ ਹੋ ਗਿਆ, ਤੇ ਇਹ ਕੀ ਬਣ ਗਿਆ, ਤਤਬਦ ਸ਼ਬਦ, ਠੀਕ ਹੈ। ਇਹਦੀ ਇੱਕ ਹੋਰ ਐਗਜ਼ਾਮਪਲ ਲੈ ਲਓ, ਅਕਸ਼ਰ, ਅਕਸ਼ਰ ਜਿਹਨੂੰ ਕਹਿ ਦਿੰਦੇ ਤੁਸੀਂ, ਤਾਂ ਇਹਦਾ ਕੀ ਬਣ ਜਾਊਗਾ, ਅਕਸ਼ਰ, ਠੀਕ ਹੈ। ਆ ਕਾਹਦੇ ਚੇਂਜ ਹੋ ਗਿਆ, ਸ਼, ਠੀਕ ਹੈ। ਕਸ਼ ਕਾਹਦੇ ਚੇਂਜ ਹੋ ਗਿਆ, ਛ 'ਚ, ਤੇ ਇਹਦੇ ਕੀ ਬਣ ਗਿਆ, ਤਤਬਦ ਸ਼ਬਦ। ਕਲੀਅਰ ਹੋ ਗਿਆ। ਦੋ ਹੀ ਚੀਜ਼ਾਂ ਯਾਦ ਰੱਖਣੀਆਂ, ਕਸ਼ ਆ ਜੇ ਉਦੋਂ ਤਤਸਮ ਸ਼ਬਦ ਹੁੰਦਾ ਹਰ ਇੱਕ ਕੋਈ, ਇਹਦੇ ਤੋਂ ਚੇਂਜ ਕੀ ਪੋਸੀਬਿਲਿਟੀਜ਼ ਦੱਸੀਆਂ ਨਾ ਜਿਹੜੀਆਂ 90 ਤੋਂ 97% ਰਾਈਟ ਹੁੰਦੀਆਂ, ਜਿਹੜੀਆਂ ਇਹ ਕਹਿ ਲਓ ਇਹ ਆਪਦੇ ਵੱਲੋਂ ਨਹੀਂ ਬਣਾਈਆਂ ਹੋਈਆਂ, ਇਹ ਲਿਪੀ 'ਚ ਜਿਹੜੇ ਮਨੋਵਿਗਿਆਨਿਕ ਹੈ, ਠੀਕ ਹੈ, ਮਨੋਵਿਗਿਆਨਿਕਾਂ ਨੇ ਸੋਧ ਕਰਦੇ ਆ ਜਦੋਂ ਇਹਨਾਂ ਚੀਜ਼ਾਂ ਦੀ, ਤਾਂ ਉਹ ਇਹ ਚੀਜ਼ਾਂ ਦੇਖ ਕੇ ਤੇ ਫਿਰ ਇਹਨਾਂ ਨੂੰ ਇਹ ਮੈਥਡ ਨੂੰ ਯੂਜ਼ ਕਰਦੇ ਆ,
ਇਹ ਉਹ ਮੈਥਡਸ ਹੈ। ਠੀਕ ਹੈ, ਇਹ ਨਾ ਸੋਚੋ ਕਿ ਸਰ ਨੇ ਆਪ ਦਿਲੋਂ ਟ੍ਰਿਕਸ ਬਣਾਈਆਂ, ਨਹੀਂ, ਇਹ ਤੁਹਾਡੀ ਹਿੰਦੀ ਦੀ ਕਹਿ ਲਓ ਲਿਪੀ ਦੇ ਵਿੱਚ ਹੀ ਹੈਗੀਆਂ। ਤੇ ਚਲੋ ਹੁਣ ਅੱਗੋਂ 2-4 ਐਗਜ਼ਾਮਪਲਾਂ ਵੀ ਦੱਸ ਦਿੰਦਾ ਇਹਨਾਂ ਦੀਆਂ ਮੈਂ ਨਾਲ ਹੀ, ਤੇ ਫਿਰ ਤੁਹਾਨੂੰ 2 ਤਾਂ ਮੈਂ ਦੱਸਤੀਆਂ, ਤੇ 2-4 ਵਰਡਸ ਹੈਗੇ ਆ ਉਹ ਵੀ ਦੱਸ ਦਿੰਦਾ। ਹੁਣ ਦੇਖੋ, ਹੁਣ ਇਹਦੇ ਵਿੱਚ ਕੀ ਹੈ, ਜਿਵੇਂ ਸਾਕਸ਼ੀ, ਠੀਕ ਹੈ, ਉਸ ਤੋਂ ਬਾਅਦ ਕੀ ਹੈ, ਛੇਤਰ, ਛੇਤਰ, ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ, ਮਕਸ਼ਿਕਾ, ਠੀਕ ਹੈ, ਉਸ ਤੋਂ ਬਾਅਦ ਕੀ ਹੈ ਲਾਸਟ ਵਰਡ ਆਪਣੇ ਕੋਲੇ, ਦਕਸ਼ਿਨ। ਆ ਹੈਗੀ ਹੈ। ਜੇ ਤੁਹਾਨੂੰ ਕਹਿ ਦੇਣ ਕਿ ਨਿਮਨ ਲਿਖਿਤ में से बताओ कि ਤਤਸਮ ਤਦਭਵ ਕਿਹੜਾ, ਤਤਸਮ ਸੌਰੀ, ਠੀਕ ਹੈ, ਇਹਨਾਂ ਚਾਰਾਂ ਚੋਂ ਕੋਈ ਨਾ ਕੋਈ ਇੱਕ ਪਿਆ ਹੋਊ ਤਾਂ ਸ਼ ਵੇਖ ਕੇ ਤੁਸੀਂ ਤਤਸਮ ਲਾਇਆ ਹੋ। ਹੁਣ ਇਹ ਚੇਂਜ ਕੀ ਕਰਨੇ, ਹੁਣ ਇਹ ਪਤਾ ਕਿ ਖ ਤੇ ਸ਼ ਚ ਹੋਣੇ ਆ। ਠੀਕ ਹੈ, ਹੁਣ ਇਹਨਾਂ ਤਤਭਵ ਸ਼ਬਦ ਕੀ ਬਣਨਗੇ, ਦਾਹਿਨਾ, ਠੀਕ ਹੈ, ਇਹਦਾ ਕੀ ਬਣੂਗਾ, ਦਾਹਿਨਾ। ਕਲੀਅਰ ਹੈ। ਹੁਣ ਦੇਖੋ ਅੱਗੋਂ, ਹੁਣ ਦੇਖੋ ਮੈਂ ਕਿਹਾ ਸੀ ਨਾ ਕਿ 90 ਤੋਂ 90% ਹੁੰਦੇ ਆ ਜਿਹੜੇ ਪੋਸੀਬਿਲਿਟੀਜ਼। ਹੁਣ ਇਹਦੇ ਵਿੱਚ ਕੀ ਹੈ, ਵਰਡ ਦੇ ਵਿੱਚ ਸ਼ ਤੋਂ ਨਾ ਤਾਂ ਖ ਬਣਿਆ ਤੇ ਨਾ ਹੀ ਸ਼ ਬਣਿਆ। ਕਲੀਅਰ ਹੋ ਰਿਹਾ ਨਾ, ਮੈਂ ਤਾਂ ਹੀ ਨਾਲ ਲਿਖਿਆ ਵਰਡ ਇਹ ਕਿ ਆਹ ਪੱਕਾ ਹੀ ਹੈ, ਕਿਉਂਕਿ ਇਹ ਮੈਂ ਦੱਸੂਗਾ ਕਿਉਂ। ਪਰ ਇੰਨੀਆਂ ਪੋਸੀਬਿਲਿਟੀ ਹੈ ਕਿ ਜਿਹੜਾ ਇਹ ਵਾਲਾ ਆ ਗਿਆ ਇਹ ਤਾਂ ਤੁਹਾਨੂੰ ਸੌਖਾ ਹੀ ਯਾਦ ਹੋ ਜਾਊਗਾ, ਪਰ ਇਹ ਜਿਹੜੀਆਂ 90 ਤੋਂ 95% ਤੁਹਾਨੂੰ ਐਗਜ਼ਾਮ ਦੇ ਵਿੱਚ ਐਂ ਪੁੱਛੇ ਜਾਣਗੇ ਕਿ ਇਹਦੇ ਤੋਂ ਇਹ ਵਾਲਾ ਚੇਂਜ ਹੋਊਗਾ ਤੇ ਉਹਦਾ ਤੁਸੀਂ ਆਨਸਰ ਲਾਇਆ ਨਾ, ਕਿਉਂਕਿ ਤੁਹਾਡਾ ਲੈਵਲ ਹੈ ਜਿਹੜਾ ਐਗਜ਼ਾਮ ਦਾ ਉਸੇ ਹਿਸਾਬ ਨਾਲ ਹੀ ਰੱਖਿਆ ਜਾਂਦਾ। ਮਕਸ਼ਿਕਾ ਤੋਂ ਕੀ ਬਣ ਜਾਊਗਾ, ਮੱਖੀ, ਠੀਕ ਹੈ। ਹੁਣ ਨੈਕਸਟ ਕੀ ਹੈ ਆਪਣੇ ਕੋਲੇ, ਖ ਬਣ ਗਿਆ ਨਾ। ਹੁਣ ਦੇਖੋ ਅੱਗੋਂ ਕੀ ਹੈ ਆਪਣੇ ਕੋਲੇ, ਅਗਲਾ ਹੈ ਛੇਤਰ। ਛੇਤਰ ਦਾ ਕੀ ਬਣ ਜਾਊਗਾ ਆਪਣੇ ਕੋਲੇ, ਖੇਤ, ਖ ਬਣ ਗਿਆ। ਫਿਰ ਦੇਖੋ ਬਣੀ ਜਾਂਦੇ ਨਾ ਉਵੇਂ 90 ਤੋਂ 95% ਦੀ ਪੋਸੀਬਿਲਿਟੀਜ਼ ਦੇ ਵਿੱਚ। ਬਸ ਤੁਸੀਂ ਪਹਿਲਾਂ ਇਹ ਯਾਦ ਕਰਨੇ ਜਿਹੜੇ ਮੈਂ ਕਨਸੈਪਟ ਦੱਸ ਰਿਹਾ, ਫਿਰ ਆਪਾਂ ਯਾਦ ਕਰਾਂਗੇ ਜਿਹੜੇ ਤੁਹਾਨੂੰ ਲੱਗਦਾ ਲੱਗ ਵਾਲੇ, ਜਿਵੇਂ ਦਕਸ਼ਿਨ ਤੋਂ ਦਾਹਿਨਾ ਬਣ ਗਿਆ। ਹੁਣ ਸਾਖੀ ਵਾਲੇ ਦਾ ਆਪਣਾ ਕੀ ਬਣ ਜਾਊਗਾ, ਸਾਖੀ ਦਾ ਸਾਖੀ। ਕਲੀਅਰ ਹੋ ਗਿਆ। ਹੁਣ ਪਹਿਲੇ ਵਾਲਾ ਰੂਲ ਕਲੀਅਰ ਹੋ ਗਿਆ ਇਹਨਾਂ ਦਾ, ਇਹ ਰੂਲ ਮੰਨ ਕੇ ਚੱਲੋ, ਰੂਲ ਹੈ, ਨਿਯਮ ਲਿਖਿਆ ਤਾਂ ਹੀ ਉੱਪਰ ਮੈਂ, ਠੀਕ ਹੈ। ਹੁਣ ਚੱਲਦੇ ਆਪਾਂ ਸੈਕਿੰਡ ਵੱਲ। ਸੈਕਿੰਡ ਦੇ ਵਿੱਚ ਕੀ ਹੈ, ਸੈਕਿੰਡ ਦਾ ਹੈਗਾ ਆਪਣੇ ਕੋਲੇ ਪ੍ਰਤਸਮ ਮੇ, ਜਦੋਂ ਕੀ ਹੈ ਵ ਦਾ ਯੂਜ਼ ਹੋਵੇ, ਠੀਕ ਹੈ, ਵ ਦਾ ਯੂਜ਼ ਹੋਵੇ ਤਾਂ ਉਦੋਂ ਆਪਣੇ ਕੋਲ ਕੀ ਹੈ, ਕਿਹੜਾ ਵਰਡ ਹੁੰਦਾ, ਉਦੋਂ ਹੁੰਦਾ ਤਤਸਮ, ਠੀਕ ਹੈ। ਉਦੋਂ ਕੀ ਹੁੰਦਾ, ਤਤਸਮ ਸ਼ਬਦ। ਕਲੀਅਰ ਹੈ। ਲਓ ਮੈਂ ਪੈਨ ਵੀ ਚੇਂਜ ਕਰ ਲੈਣਾ, ਫਿਰ ਕਾਫੀ ਬੱਚੇ ਕਨਫਿਊਜ਼ ਹੋ ਜਾਂਦੇ ਆ। ਤਤਸਮ ਸ਼ਬਦ ਫੋਰ ਐਗਜ਼ਾਮਪਲ ਕੀ ਹੈ ਆਪਣੇ ਕੋਲ ਇਹਦੇ ਵਿੱਚ ਹੈਗਾ ਵਰਸ਼ਾ। ਕਲੀਅਰ ਹੈ। ਇਹ ਕਿਹੜਾ ਵਰਡ ਹੈ ਆਪਣੇ ਕੋਲੇ, ਤਤਸਮ। ਹੁਣ ਦੇਖੋ ਮੰਨ ਲਓ ਇੱਕ ਹੋਰ ਐਗਜ਼ਾਮਪਲ ਹੈਗੀ ਆਪਣੇ ਕੋਲੇ, ਉਹਦੇ ਵਿੱਚ ਵਕ, ਇਹ ਕਿਹੜਾ ਵਰਡ ਹੈ, ਤਤਸਮ, ਕਿਉਂਕਿ ਇਹਦੇ ਵਿੱਚ ਕਿਹੜਾ ਯੂਜ਼ ਹੋ ਰਿਹਾ, ਵ ਦਾ। ਇਹ ਉਹ ਪੋਸੀਬਲ, ਮੈਂ ਵਾਰ-ਵਾਰ ਇੱਕ ਚੀਜ਼ ਤੇ ਕਹਿ ਰਿਹਾ ਕਿ ਹਮੇਸ਼ਾ ਇਹ ਨਾ ਹੋਵੇ ਕਿ ਇੱਕ ਵੀਡੀਓ ਵੇਖ ਲਈਏ ਵਾਲੀ ਤਾਂ ਤੁਸੀਂ ਸਾਰੇ ਨਿਯਮ ਰੱਟ ਕੇ ਕਹੋ ਕਿ ਐਗਜ਼ਾਮ ਦੇ ਵਿੱਚ ਦੂਸਰਾ ਪੁੱਛਿਆ ਗਿਆ। ਨਹੀਂ, ਇਹ ਨਹੀਂ ਕਰਨਾ। ਜਿਵੇਂ ਜਿਵੇਂ ਮੈਂ ਕਰਾਊਂਗਾ 0 ਤੋਂ ਹਾਈ ਲੈਵਲ ਤੱਕ ਦੇ ਵੀ ਕਰਾਊਂਗਾ, ਪਰ ਇਹ ਉਹ ਵਾਲੇ ਆ ਕਿ ਜ਼ਿਆਦਾ ਨਹੀਂ ਤਾਂ ਤੁਹਾਡੇ ਕਹਿ ਲਓ 1000 ਦੇ ਆਸ-ਪਾਸ ਦੇ MCQ ਕਲੀਅਰ ਕਰਾ ਦੇਣਗੇ, ਠੀਕ ਹੈ। ਇੱਦਾਂ ਦੇ ਵਿੱਚੋਂ ਇੱਕ ਅੱਧਾ ਪੁੱਛਿਆ ਜਾਣਾ ਤੁਹਾਡੇ ਐਗਜ਼ਾਮ ਦੇ ਵਿੱਚ, ਜ਼ਿਆਦਾ ਨਹੀਂ 1-2 ਨੰਬਰ ਦਾ ਹੀ ਪੁੱਛਿਆ ਜਾਊਗਾ, ਕਿਉਂਕਿ ਇਹ ਤਾਂ ਹੈ ਨਹੀਂ 10 ਤੇ 10, 15 ਤੇ 15 ਹੀ ਪੁੱਛ ਲੈਣਗੇ, ਸੌਖਾ ਹੀ ਪੁੱਛਿਆ ਜਾਊ, ਜਿਵੇਂ ਐਕਟੀ ਪੱਥਰ ਵਾਲਾ ਆਇਆ ਸੀਗਾ। ਤੇ ਚਲੋ ਹੁਣ ਦੇਖੋ, ਹੁਣ ਤੁਸੀਂ ਕਹੋਗੇ ਕਿ ਸਰ ਜੇ ਪੁੱਛ ਲੈਣ ਕਿ ਵਰਸ਼ਾ ਦਾ ਬਣਾਓ ਤਤਭਵ ਸ਼ਬਦ ਤਾਂ ਕਿਵੇਂ ਬਣਾਵਾਂਗੇ, ਤਾਂ ਜਦੋਂ ਵ ਵਾਲੇ ਦਾ ਤਤਸਮ ਸ਼ਬਦ ਤਤਭਵ ਸ਼ਬਦ ਬਣਾਉਣਾ ਹੁੰਦਾ ਉਦੋਂ ਵ ਚੇਂਜ ਕਾਹਦੇ ਚ ਹੋ ਜਾਂਦਾ, ਬ ਦੇ ਵਿੱਚ, ਠੀਕ ਹੈ। ਵ ਕਾਹਦੇ ਵਿੱਚ ਚੇਂਜ ਹੋ ਜਾਂਦਾ, ਬ ਦੇ ਵਿੱਚ ਆ ਜਾਊਗਾ, ਠੀਕ ਹੈ। ਤਾਂ ਹੁਣ ਦੇਖੋ ਵਰਸ਼ਾ ਦਾ ਕੀ ਬਣਾਵਾਂਗੇ ਆਪਾਂ, ਤਤਭਵ, ਵ ਕਾਹਦੇ ਚੇਂਜ ਹੋ ਜਾਊਗਾ, ਬ ਚ, ਤਾਂ ਇਹਦਾ ਕੀ ਬਣ ਜਾਊਗਾ, ਬਰਸਾਤ। ਕਲੀਅਰ ਹੈ। ਇਹਦਾ ਕੀ ਬਣ ਜੂ ਫਿਰ, ਬਰਸਾਤ ਬਣ ਜਾਊਗਾ। ਹੁਣ ਵਕ ਵਾਲੇ ਦਾ ਵ ਕਾਹਦੇ ਚੇਂਜ ਹੋ ਜਾਊਗਾ, ਬ ਦੇ ਵਿੱਚ, ਇਹਦਾ ਕੀ ਬਣ ਜਾਊਗਾ, ਬਗੁਲਾ। ਕਲੀਅਰ ਹੋ ਰਿਹਾ ਇਹ, ਜੋ ਵ ਹੋਊਗਾ ਤਾਂ ਤਤਸਮ, ਤੇ ਬ ਦੇ ਵਿੱਚ ਜਦੋਂ ਚੇਂਜ ਹੋ ਗਿਆ ਉਹ ਕੀ ਬਣ ਜਾਊਗਾ, ਤਤਭਵ ਸ਼ਬਦ। ਕਲੀਅਰ ਹੈ ਨਾ, ਉਹ ਬਣ ਜਾਊਗਾ ਤਤਭਵ ਸ਼ਬਦ। 3-4 ਐਗਜ਼ਾਮਪਲਾਂ ਵੀ ਇਹਦੀਆਂ ਲਿਖ ਲਓ। ਇਹਨੇ ਵਸ ਐਸੇ ਮਤ ਕਰੋ, ਤਾਂ ਇਹਦਾ ਵ ਦਾ ਕੀ ਬਣ ਜਾਊਗਾ, ਬ। ਵਸ ਕਿਹਨੂੰ ਕਹਿੰਦੇ ਆ, ਬੱਚੇ ਨੂੰ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲੇ, ਇੱਕ ਹੋਰ ਵਰਡ ਲਿਖ ਦਿੰਦਾ ਮੈਂ, ਵਾਨਰ। ਵਾਨਰ ਤਾਂ ਸੁਣਿਆ ਹੀ ਹੋਣਾ ਸਾਰਿਆਂ ਨੇ, ਰਾਮਾਇਣ ਦੇ ਵਿੱਚ ਬਹੁਤ ਵਰਡ ਯੂਜ਼ ਹੋਇਆ ਇਹ। ਤਾਂ ਵਾਨਰ ਦਾ ਕੀ ਬਣ ਜਾਊਗਾ ਆਪਣਾ, ਉਹਦਾ ਸਭ ਨੂੰ ਪਤਾ ਹੀ ਹੈ, ਬੰਦਰ। ਕਲੀਅਰ ਹੋ ਰਹੀਆਂ ਚੀਜ਼ਾਂ ਇਹ, ਬਾਅਦ ਚੋਂ ਰਿਵਾਈਜ਼ ਵੀ ਕਰਾਂਗੇ ਆਪਾਂ ਇਹਨਾਂ ਨੂੰ, ਪਹਿਲਾਂ ਸਮਝ ਲਓ ਬਸ, ਸਮਝਣਾ, ਰੱਟਾ ਨਹੀਂ ਲਾਣਾ, ਸਮਝਣਾ ਬਸ। ਜੇ ਰੱਟਾ ਲਾਓਗੇ ਫਿਰ ਮੈਂ ਗਰੰਟੀ ਕਰ ਸਕਦਾ ਕਿ ਤੁਸੀਂ ਦਿਮਾਗ 'ਚ ਨਹੀਂ ਬਿਠਾਓਗੇ, ਠੀਕ ਹੈ। 2-4 ਦਿਨ ਤਾਂ ਲੱਗੂ, ਯਾਦ ਹੋ ਗਿਆ, ਪਰ ਦਿਮਾਗ 'ਚ ਨਹੀਂ ਬੈਠੂਗਾ। ਹੁਣ ਦੇਖੋ
ਉਹਨਾਂ ਦੇ ਵਿੱਚ ਕੀ ਹੈ, ਇੱਕ ਹੋਰ ਵਰਡ ਬਹੁਤ ਇੰਪੋਰਟੈਂਟ, ਵਰ ਯਾਤਰਾ। ਜੇ ਇਹਨਾਂ ਤੁਹਾਨੂੰ ਕਹਿਣਗੇ ਕੀ ਬਣਾਓ ਤਾਂ ਵ ਦਾ ਆਪਾਂ ਬ ਕਰ ਦੇਣਾ ਤਾਂ ਕੀ ਬਣ ਜੂਗਾ ਆਪਣੇ ਕੋਲੇ, ਬਾਰਾਤ। ਠੀਕ ਹੈ, ਇੱਕ ਦਾ ਹੋਰ ਲਿਖ ਲਓ, ਇਹਦੇ ਵਿੱਚ ਕੀ ਹੈ ਆਪਣੇ ਕੋਲੇ, ਵਨਿਕ। ਵਨਿਕ ਦਾ ਕੀ ਆ ਗਿਆ ਆਪਣੇ ਕੋਲੇ, ਵਨਿਕ ਦਾ ਬ ਬਣ ਜੂਗਾ, ਬਾਨੀਆਂ। ਠੀਕ ਹੈ, ਦੋ ਕਰ ਲਏ। ਤੀਜੇ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਦੋ ਕਿਹੜੇ ਕਿਹੜੇ ਕੀਤੇ ਆਪਾਂ, ਕਿਉਂਕਿ ਐਂ ਨਾਲ ਨਾਲ ਰਿਵਾਈਜ਼ ਕਰਾਈ ਜਾਊਂਗਾ, ਫਿਰ ਤੁਹਾਡੇ ਦਿਮਾਗ 'ਚ ਬੈਠਣ ਲੱਗ ਜਾਣਗੇ ਕਿ ਕਿਵੇਂ ਕਿਵੇਂ ਕਰਨੇ ਆ। ਸ਼ ਤੋਂ ਤਤਸਮ, ਸ਼ ਤੋਂ ਕੀ ਬਣ ਜੂਗਾ ਆਪਣਾ, ਖ ਤੇ ਛ। ਤੇ ਦੂਜੇ ਵਾਲੇ 'ਚ ਕੀ ਹੈ ਆਪਣੇ ਕੋਲ, ਜਿਹੜਾ ਹੁਣ ਕੀਤਾ ਵ ਤਤਸਮ, ਤਾਂ ਇਹਦੇ ਤੋਂ ਕੀ ਬਣ ਜੂਗਾ, ਬ ਤਤਬਵ। ਦੋਨੋਂ ਕਲੀਅਰ ਹੋ ਗਏ। ਚਲੋ ਨੈਕਸਟ ਚੱਲਦੇ ਹਾਂ। ਨੈਕਸਟ ਦੇਖੋ, ਥਰਡ ਵਾਲੇ ਤੇ ਆ ਜਾਓ। ਹੁਣ ਆ ਜਾਓ ਆਪਣੇ ਕੋਲੇ ਸ਼ ਤੇ। ਠੀਕ ਹੈ, ਸ਼ ਦੇ ਵਿੱਚ ਜਦੋਂ ਮੈਂ ਪਹਿਲਾਂ ਲਿਖਤਾ, ਇਹ ਹਮੇਸ਼ਾ ਇੱਕ ਚੀਜ਼ ਯਾਦ ਰੱਖਿਓ, ਮੋਸਟਲੀ 99% ਹੁੰਦੇ ਆ ਜਿਹੜੇ ਚਾਂਸ ਕਿ ਤਤਸਮ ਸ਼ਬਦ ਪਹਿਲਾਂ ਆਊਗਾ ਤੇ ਤਤਬਵ ਬਾਅਦ ਦੇ ਵਿੱਚ ਆਊਗਾ। ਜੇ ਤੁਹਾਨੂੰ ਬਾਈ ਚਾਂਸ ਕਿਤੇ ਲਿਖਿਆ ਵੀ ਨਾ, ਇਹ ਉਦੋਂ ਹੁੰਦਾ ਜਦੋਂ ਕਾਫੀ ਜ਼ਿਆਦਾ ਹਾਰਡ ਲੈਵਲ ਦਾ ਐਗਜ਼ਾਮ 'ਚ ਪਾ ਦੇਣ ਤੇ ਕੀ ਲਿਖਿਆ ਨਹੀਂ ਹੋਊਗਾ, ਤੇ ਸਿੱਧਾ ਲਿਖ ਦੇਣਗੇ ਕਿ ਇਹਲੇ ਵਰਡ ਤੋਂ ਇਹ ਵਾਲਾ ਵਰਡ ਇਹਦਾ ਕੀ ਆਊਗਾ ਮਿਲਦਾ ਜੁਲਦਾ, ਫਿਰ ਮਤਲਬ ਉਹ ਮੈਨੂੰ ਜੇ ਚੇਂਜ ਕਰਾਉਂਦੇ ਆ ਤਾਂ ਪਹਿਲਾਂ ਤਤਸਮ ਹੀ ਲਿਖਿਆ ਜਾਊਗਾ। ਠੀਕ ਹੈ, ਕਿਉਂਕਿ ਔਖੇ ਵਰਡ ਤੋਂ ਹੀ ਆਪਾਂ ਸੌਖਾ ਕੀਤਾ ਨਾ, ਇਹੀ ਸੀਕੁਐਂਸ 'ਚ ਚੱਲਦੇ ਆ। ਤਾਂ ਹੀ ਹੁਣ ਜੇ ਮੰਨ ਲਓ ਸ਼ ਲਿਖਿਆ ਤਾਂ ਜੇ ਮੈਂ ਨਾ ਵੀ ਲਿਖਦਾ ਤਾਂ ਜਿਹੜੇ ਬੱਚੇ ਧਿਆਨ ਦੇ ਰਹੇ ਆ ਤਾਂ ਉਹਨਾਂ ਨੂੰ ਪਤਾ ਲੱਗ ਜੂ ਕਿ ਸਰ ਲਿਖਣਗੇ ਪਹਿਲਾਂ ਤਤਸਮ ਸ਼ਬਦ ਵਾਲੇ। ਠੀਕ ਹੈ, ਹੁਣ ਜੇ ਸ਼ ਲੱਗਿਆ, ਭਲਾਂ ਦੀ ਉਹ ਹਾਫ ਵਾਲਾ ਲੱਗਿਆ, ਭਲਾਂ ਦੀ ਉਹ ਫੁੱਲ ਵਾਲਾ ਲੱਗਿਆ, ਉਹ ਕਿਹੜਾ ਚਾਂਸ ਹੁੰਦੇ 90+ ਚਾਂਸ ਹੋਣਗੇ, 90% ਪਲੱਸ ਕਿ ਉਹ ਕੀ ਹੋਊਗਾ, ਤਤਸਮ ਸ਼ਬਦ ਹੋਊਗਾ। ਠੀਕ ਹੈ, ਉਹ ਕੀ ਹੋਊਗਾ, ਤਤਸਮ ਸ਼ਬਦ ਹੋਊਗਾ। ਹੁਣ ਦੇਖੋ ਇਹਦੀਆਂ ਐਗਜ਼ਾਮਪਲਾਂ ਵੀ ਪਹਿਲਾਂ ਲਿਖ ਲਓ, ਜਿਵੇਂ ਸ਼ੰਕੂ। ਠੀਕ ਹੈ, ਦੂਜੀ ਐਗਜ਼ਾਮਪਲ ਲਿਖ ਲੈਨੇ ਆਪਾਂ ਦਰਸ਼ਨ। ਤੀਜੀ ਐਗਜ਼ਾਮਪਲ ਇੱਕ ਹੋਰ ਲਿਖ ਲੈਨੇ, ਚਲੋ ਸਫੇਦ। ਕਲੀਅਰ ਹੈ, ਹੋ ਗਿਆ ਆਪਣਾ। ਹੁਣ ਦੇਖੋ ਇਹਦੇ ਵਿੱਚ ਕੀ ਹੈ ਆਪਣੇ ਕੋਲੇ, ਮੈਂ ਵਾਰ-ਵਾਰ ਕਹਿ ਰਿਹਾ ਥੋੜਾ ਕਰਾ ਦੂੰਗਾ ਪਰ ਕਰਾਊਂਗਾ ਬਹੁਤ ਵਧੀਆ ਢੰਗ ਨਾਲ ਕਿ ਵਾਕਈ ਤੁਹਾਨੂੰ ਦਿਮਾਗ 'ਚ ਬੈਠ ਜਾਊਗਾ ਕਿ ਸਰ ਨੇ ਕੁਝ ਕਰਾਇਆ। ਠੀਕ ਹੈ, ਚਲੋ ਹੁਣ ਆਪਾਂ ਚੱਲਦੇ ਹਾਂ ਅੱਗੋਂ। ਹੁਣ ਇਹ ਤਾਂ ਤਤਸਮ ਹੈ, ਜੇ ਤੁਹਾਨੂੰ ਕਹੂਗੀ ਇਹਨਾਂ 'ਚੋਂ ਪਛਾਣੋ ਕਿਹੜਾ ਤਤਸਮ ਹੈ, ਜੋ ਸ਼ ਲੱਗਿਆ ਤਾਂ ਉਹ ਤੁਹਾਡਾ ਕੀ ਹੋ ਜਾਊਗਾ, ਤਤਸਮ ਹੋ ਜਾਊਗਾ। ਕਲੀਅਰ ਹੈ। ਹੁਣ ਦੇਖੋ ਜੇ ਇਹਨੂੰ ਜਦੋਂ ਤਤਬਵ 'ਚ ਚੇਂਜ ਕਰਾਂਗੇ, ਸ਼ ਦਾ ਕੀ, ਸ਼ ਦੇ ਨਾਲ ਰਲਦਾ ਮਿਲਦਾ ਕਿਹੜਾ, ਸ। ਠੀਕ ਹੈ, ਕੀ ਬਣ ਜਾਊਗਾ, ਸ ਬਣ ਜਾਊਗਾ। ਠੀਕ ਹੈ, ਤੇ ਹੁਣ ਸ਼ੰਕੂ ਦਾ ਸ ਬਣ ਗਿਆ ਪਹਿਲਾਂ, ਅੱਗੇ ਸ਼ ਦਾ ਸ ਬਣ ਗਿਆ, ਉਹਦਾ ਕੀ ਬਣ ਗਿਆ, ਸੂਆ। ਠੀਕ ਹੈ, ਹੁਣ ਅਗਲਾ ਕੀ ਹੈ ਆਪਣੇ ਕੋਲ, ਦਰਸ਼ਨ। ਦਰਸ਼ਨ ਦਾ ਕੀ ਬਣ ਗਿਆ ਆਪਣੇ ਕੋਲੇ, ਆਰਸੀ, ਸ ਆ ਗਿਆ ਨਾ। ਠੀਕ ਹੈ, ਸ਼ ਦਾ ਕੀ ਬਣ ਗਿਆ, ਸ ਆ ਗਿਆ। ਹੁਣ ਦੇਖੋ ਸਫੇਦ ਦਾ ਕੀ ਬਣ ਗਿਆ, ਇਹ ਤਾਂ ਸਿੱਧਾ ਹੀ ਆ ਆਪਣੇ ਕੋਲੇ, ਸਫੇਦ। ਇੱਕ ਹੋਰ ਐਗਜ਼ਾਮਪਲ ਲਿਖਾ ਦਿੰਦਾ ਤੁਹਾਨੂੰ ਮੈਂ, ਰਾਸ਼ੀ। ਰਾਸ਼ੀ ਦਾ ਕੀ ਬਣ ਜਾਊਗਾ, ਰਾਸ। ਕਲੀਅਰ ਹੋ ਰਿਹਾ ਨਾਲ ਨਾਲ, ਤਾਂ ਵੈਰੀ ਗੁੱਡ ਜਿਹੜੇ ਬੱਚਿਆਂ ਨੂੰ ਕਲੀਅਰ ਹੋ ਰਿਹਾ। ਤਾਂ ਹੁਣ ਇੱਕ ਚੀਜ਼ ਹੋਰ ਦੱਸ ਦਿੰਦਾ ਮੈਂ ਤੁਹਾਨੂੰ, ਅੱਜ ਲਈ ਸਫੀਸ਼ੀਐਂਟ ਹੈ ਨਾ, ਮੈਂ ਜ਼ਿਆਦਾ ਨਹੀਂ ਵਰਕ ਤੇ ਲੋਡ ਨਹੀਂ ਪਾਊਂਗਾ ਤੁਹਾਡੇ ਤੇ, ਅੱਜ ਲਈ ਇਹਨਾਂ ਸਫੀਸ਼ੀਐਂਟ ਹੈ। ਪਰ ਇੱਕ ਦੋ ਲਾਈਨਾਂ ਜ਼ਰੂਰ ਨੋਟ ਕਰ ਲਿਓ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ, ਫਿਰ ਤੁਹਾਨੂੰ ਮੈਂ ਕੱਲ ਇੱਦੋਂ ਮੰਨ ਕੇ ਚਲੋ 6-7 ਨਿਯਮ ਹੈਗੇ ਆ, ਮੰਨ ਲਓ ਵੱਧ ਤੋਂ ਵੱਧ 8 ਹੈ, ਤਾਂ ਐਂ ਕਰਾਊਂਗਾ ਅਗਲੀ ਵੀਡੀਓ 'ਚ ਕੰਪਲੀਟ ਕਰਾ ਦੂੰਗਾ ਸਾਰੇ। ਤਾਂ ਇੱਕ ਛੋਟਾ ਜਿਹਾ ਨੋਟ ਕਰ ਲਿਓ, ਇੱਕ ਦੋ ਲਾਈਨਾਂ, ਤੇ ਇੱਕ ਦੋ ਮੰਨ ਲਓ ਮੈਂ 7-8 ਲਾਈਨਾਂ ਬਣਾਈਆਂ। ਠੀਕ ਹੈ, ਤਾਂ ਇੱਕ ਦੋ ਲਾਈਨਾਂ ਜਾਂ 3 ਲਾਈਨਾਂ ਇਸ ਵੀਡੀਓ 'ਚ ਦੱਸ ਦੇਣਾ ਤੁਹਾਨੂੰ ਮੇਨ, ਤਾਂ 2-3 ਅਗਲੀ 'ਚ ਕਰਕੇ ਫਿਰ ਦੋਵਾਂ 'ਚ ਤੁਹਾਨੂੰ ਪੂਰੀ ਰਿਵੀਜ਼ਨ ਹੋ ਜੂਗੀ ਤੁਹਾਡੀ। ਕਹਿੰਦੇ ਹੋ ਤਾਂ ਫਿਰ ਥਰਡ ਵਾਲੀ ਵੀਡੀਓ 'ਚ ਮੈਂ ਤੁਹਾਨੂੰ MCQ ਵੀ ਕਰਾ ਦੂੰਗਾ, ਕਮੈਂਟ ਕਰਕੇ ਦੱਸ ਕੇ ਜਾਇਓ, ਨਹੀਂ ਤਾਂ ਫਿਰ ਆਪਾਂ ਅੱਗੇ ਸ਼ਬਦ ਵਿਚਾਰ ਕੰਟੀਨਿਊ ਕਰਾਂਗੇ। ਚਲੋ ਇੱਕ ਚੀਜ਼ ਨੋਟ ਕਰ ਲਿਓ, ਇਹਦੇ ਵਿੱਚ ਜਿਹੜੇ ਸੰਯੁਕਤ ਅਕਸ਼ਰ ਹੁੰਦੇ ਆ ਧਿਆਨ ਨਾਲ ਲਿਖ ਲਿਓ, ਜਿਹੜੇ ਬੱਚੇ ਲਿਖਦੇ ਰਹਿੰਦੇ ਨਾਲ ਨਾਲ, ਸੰਯੁਕਤ ਅਕਸ਼ਰ। ਠੀਕ ਹੈ, ਸੰਯੁਕਤ ਅਕਸ਼ਰ ਹੁੰਦੇ ਆ ਜਿਹੜੇ, ਉਹ ਕਿੰਨੇ ਹੁੰਦੇ ਆ, 4 ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ, ਸ਼ ਵਾਲਾ, ਤ੍ਰ। ਠੀਕ ਹੈ, ਜ। ਉਦੋਂ ਬਾਅਦ ਕੀ ਆ ਆਪਣੇ ਕੋਲੇ, ਵੈਰੀ ਗੁੱਡ ਜਿਹੜੇ ਬੱਚੇ ਨਾਲ ਆਨਸਰ ਕਰਦੇ ਰਹਿੰਦੇ ਆ। ਠੀਕ ਹੈ, ਸੰਯੁਕਤ ਅਕਸ਼ਰ ਲਿਖਤੇ। ਹੁਣ ਸਰ ਲਿਖੇ ਕਿਉਂ ਆ, ਆਪਾਂ ਤੇ ਕਰੀ ਨੇ ਤਤਸਮ ਤਤਬਵ ਸ਼ਬਦ, ਆਪਾਂ ਹੁਣੇ ਪੜਿਆ ਨਾ ਪਹਿਲੇ ਨਿਯਮ 'ਚ ਕਿੰਨਾ ਯੂਜ਼ ਹੋਇਆ ਆਪਣੇ ਕੋਲੇ, ਸ਼ ਦਾ ਯੂਜ਼ ਹੋਇਆ, ਇਹ ਕੀ ਹੈ, ਤਤਸਮ। ਤੇ ਆ ਇਹਦੇ ਕੀ ਹੈ, ਸਾਰੇ ਕੀ ਹੈ, ਭੈਣ ਭਰਾ। ਠੀਕ ਹੈ, ਹੁਣ ਜੇ ਕਹਿ ਲਓ ਇਹ ਕਿਸੇ ਫੈਮਿਲੀ ਨਾਲ ਸੰਬੰਧ ਰੱਖਦਾ, ਤਾਂ ਜੇ ਭੈਣ ਭਰਾ ਤਾਂ ਇਹ ਵੀ ਉਸੇ ਫੈਮਿਲੀ ਨਾਲ ਸੰਬੰਧ ਰੱਖਦੇ ਆ, ਤਾਂ ਮਤਲਬ ਕੀ ਹੈ ਫਿਰ, ਸੰਯੁਕਤ ਅਕਸ਼ਰ ਕਾਹਦੇ ਚ ਆਉਣਗੇ, ਸਾਰੇ ਤਤਸਮ ਦੇ ਵਿੱਚ। ਜਿੱਥੇ ਵੀ ਤੁਹਾਨੂੰ ਸੰਯੁਕਤ ਅਕਸ਼ਰ ਲੱਗਿਆ ਜੇ, ਚੁੱਪ ਕਰਕੇ ਤੁਸੀਂ ਉਹਨੂੰ ਕੀ ਸਿਲੈਕਟ ਕਰਿਆ ਹੋਣਾ, ਉਹਨੂੰ ਸਿਲੈਕਟ ਕਰਿਆ ਹੋਣਾ ਤੁਸੀਂ ਇਹ ਤਤਸਮ ਸ਼ਬਦ ਹੈ। ਠੀਕ ਹੈ, ਉਹਨੂੰ ਕੀ ਸਿਲੈਕਟ ਕਰਿਆ ਹੋਣਾ ਕਿ ਇਹ ਤਤਸਮ ਸ਼ਬਦ ਹੈ। ਕਲੀਅਰ ਹੋ ਗਿਆ। ਦੁਬਾਰਾ ਫਿਰ ਸੁਣ ਲਓ, ਸੰਯੁਕਤ ਅਕਸ਼ਰ 4 ਹੁੰਦੇ ਆ, ਜਿੱਥੇ ਵੀ ਕੋਈ ਵੀ ਸੰਯੁਕਤ ਅਕਸ਼ਰ ਆ ਜੇ
ਉੱਥੇ ਤੁਸੀਂ ਚੁੱਪ ਕਰਕੇ ਲਾਇਆ ਨਾ ਕਿ ਇਹ ਕੀ ਹੈ, ਤਤਸਮ ਸ਼ਬਦ ਹੈ। ਠੀਕ ਹੈ, ਤਾਂ ਚਲੋ ਹੁਣ ਆ ਜਾਓ ਇੱਕ ਹੋਰ ਚੀਜ਼ ਤੇ। ਹੁਣ ਇਹਦੇ ਵਿੱਚ ਕੀ ਹੈ, 2 ਲਾਈਨਾਂ ਲਿਖਾਊਂਗਾ, ਦਿਮਾਗ 'ਚ ਬਿਠਾ ਲਿਓ, ਫਿਰ ਕੱਲ ਨੈਕਸਟ ਕੰਸੈਪਟ ਤੋਂ ਸ਼ੁਰੂ ਕਰਾਂਗੇ। ਹੁਣ ਦੇਖੋ, ਅਨੁਨਾਸਿਕ ਬਹੁਤ ਇੰਪੋਰਟੈਂਟ ਹੈ, ਬਹੁਤ 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 ਇੰਪੋਰਟੈਂਟ ਹੈ। ਠੀਕ ਹੈ, ਇਸ ਚੀਜ਼ ਤੇ ਬਹੁਤ ਚਾਂਸ ਹੈ ਕਿ ਤੁਹਾਡਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਸਵਾਲ। ਅਨੁਨਾਸਿਕ ਕਿਹੜਾ ਹੁੰਦਾ, ਜਿੰਦੇ ਤੇ ਕੀ ਹੈ, ਚੰਦਰ ਬਿੰਦੂ ਲੱਗਿਆ ਹੋਵੇ। ਠੀਕ ਹੈ, ਚੰਦਰ ਬਿੰਦੂ ਜਿੰਦੇ ਤੇ ਲੱਗਿਆ ਉਹ ਕੀ ਹੈ, ਆਪਣਾ ਅਨੁਨਾਸਿਕ ਹੈ। ਅਨੁਨਾਸਿਕ ਦੀ ਮੈਂ ਤੁਹਾਨੂੰ ਪਰਿਭਾਸ਼ਾ ਵੀ ਦੱਸੀ ਸੀ, ਪੰਜਾਬੀ ਦੇ ਵਿੱਚ ਵੀ ਕਰਾ ਰਿਹਾ ਸੀਗਾ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਹਿੰਦੀ ਭਾਸ਼ਾ ਦੁਆਰਾ ਬਣਾਇਆ ਗਿਆ ਹੈ। ਠੀਕ ਹੈ, ਇਹ ਕਿਹੜੀ ਭਾਸ਼ਾ ਦੁਆਰਾ ਬਣਾਇਆ ਗਿਆ, ਹਿੰਦੀ ਭਾਸ਼ਾ 'ਚ ਬਣਿਆ। ਉਹਦਾ ਰੀਜ਼ਨ ਕੀ ਹੈ ਕਿ ਤੁਸੀਂ ਸੰਸਕ੍ਰਿਤ 'ਚ ਇਹਦਾ ਯੂਜ਼ ਨਹੀਂ ਵੇਖੋਗੇ। ਠੀਕ ਹੈ, ਸਮਝੋ ਕਿ ਹਿੰਦੀ ਭਾਸ਼ਾ 'ਚ ਬਣਿਆ, ਕੋਈ ਵੀ ਵਰਡ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਸੰਸਕ੍ਰਿਤ ਦੇ ਵਿੱਚ ਹੋਊਗਾ ਤੇ ਉਹਦੇ ਉੱਪਰ ਕੀ ਹੈ, ਅਨੁਨਾਸਿਕ ਵਾਲਾ ਚੰਦਰ ਬਿੰਦੂ ਲੱਗਿਆ ਹੋਊਗਾ। ਤੇ ਫਿਰ ਇਹਦਾ ਮਤਲਬ ਕੀ ਹੋ ਗਿਆ, ਸਿੱਧਾ ਸਿੱਧਾ ਸੰਸਕ੍ਰਿਤ 'ਚ ਕਿਹੜੇ ਸ਼ਬਦ ਹੁੰਦੇ ਆ, ਤਤਸਮ। ਠੀਕ ਹੈ, ਸੰਸਕ੍ਰਿਤ 'ਚ ਕਿਹੜੇ ਹੁੰਦੇ ਆ, ਤਤਸਮ। ਤਾਂ ਜੇ ਇਹ ਸੰਸਕ੍ਰਿਤ ਦੇ ਵਿੱਚ ਯੂਜ਼ ਹੀ ਨਹੀਂ ਹੁੰਦਾ ਤਾਂ ਮਤਲਬ ਇਹ ਕੀ ਹੈ, ਇਹ ਤਤਸਮ ਸ਼ਬਦ ਨਹੀਂ ਹੈਗਾ। ਤਾਂ ਤਤਸਮ ਹੁੰਦਾ ਇੱਕ, ਤੇ ਜੇ ਨਹੀਂ ਹੈਗਾ ਤਾਂ ਦੂਜਾ ਕੀ ਹੋਊਗਾ, ਤਤਭਵ। ਤਾਂ ਇੱਥੋਂ ਸਿੱਟਾ ਕੀ ਨਿਕਲਦਾ ਹੈ ਕਿ ਜਿੱਥੇ ਵੀ ਚੰਦਰ ਬਿੰਦੂ ਲੱਗਿਆ ਆ ਜੇ ਉਹਨੂੰ ਚੁੱਪ ਕਰਕੇ 101%, 99 ਵੀ ਨਹੀਂ, 101% ਇਹਨੂੰ ਕੀ ਕਰਨਾ, ਤੁਸੀਂ ਉਹਨੂੰ ਤਤਭਵ ਸ਼ਬਦ ਦੇ ਵਿੱਚ ਸ਼ਾਮਿਲ ਕਰਕੇ ਉਹਦਾ ਰਾਈਟ ਆंसर ਲਾਇਆ ਨਾ। ठीक है, अनुनासिक से बना हुआ शब्द कभी भी तत्सम नहीं होता। क्लियर है, कभी भी की है, तत्सम नहीं होता। क्लियर हो गया हुण कि जेड़ा दो, फिर सुन लो, संयुक्त अक्षर होंगे 4, जिथे भी संयुक्त अक्षर लग्या जे तत्सम, ते अनुनासिक चंद्र बिंदु जिथे जेड़े भी हुण जिवें आ वेख लो, एग्जाम्पल भी दे देना तुहानूं मैं, आंख, ये की है अपने कोले, तत्भव शब्द। ठीक है, जिथे भी चंद्र बिंदु लग्या आ जाए की है, तत्भव, ते जिथे भी संयुक्त अक्षर आ जाए की है, तत्सम। अज आपां की कीता, अज आपां कीते है 3 तां कीते है नियम। पहला की कीता, संयुक्त अक्षर वाला, ये की हुंदा, तत्सम हुंदा। ठीक है, इहदे तो चेंज होके की बन जांदा, थ ते छ बन जांदा। नैक्सट की है अपने कोले, आपां कीता श वाला, श तो की बन जांदा, स बन जांदा, व तो की बन जांदा, ब बन जांदा। उस तो बाद की है, उस तो बाद अपने कोल हैगा लास्ट ते मैं तुहानूं 2 लाइनां की लिखाइयां, जिथे भी संयुक्त अक्षर आ जाए अपना तो उत्थे तुसीं 4 हुंदे आ, उत्थे की लाया होना, तत्सम। ते जिथे भी अपने कोल चंद्र बिंदु वाला आ जाए उत्थे की लाया होना तुसीं, तत्भव। आ आपां कंसैप्ट कीता अज, बिठा देना दिमाग 'च। हुण तुहानूं आटोमैटिक दिमाग 'च बैठण लग जाणीआं गल्लां। शाम नूं एक वारी होर वेख लिओ वीडियो, अगले दिन, कल वाले दिन तुहानूं मैं सारा कंसैप्ट ही तत्सम तत्भव पूरे करा दूंगा। ये नहीं कि मैं एक वीडियो च चेपदा सारे, मैं कराऊंगा आराम नाल, पर वधिया ढंग नाल कराऊं, क्योंकि एग्जाम च टाइम हैगा, उदों तक तुहानूं मैं सारे हिंदी कंसैप्ट क्लीयर करा देने। चलो दस के जाओ, कोई दिक्कत होवे तां मिलदे हैं नैक्सट वीडियो दे विच। बहुत बहुत शुक्रिया आपदा कीमती समय देने वास्ते। ते SNST नंबर वास्ते जरूर अप्लाई कर दिओ सारे बच्चे।